ਸਤਿ ਸ਼੍ਰੀ ਅਕਾਲ। ਤੁਸੀਂ ਪੀਐਨਸੀਐਨ ਦੇਖ ਰਹੇ ਹੋ। ਖਬਰਾਂ ਦੇ ਇਸ ਬੁਲੇਟਿਨ ਵਿੱਚ ਸਵਾਗਤ ਹੈ। ਬੁਲੇਟਿਨ ਦੀ ਸ਼ੁਰੂਆਤ ਹੈਡਲਾਈਨਸ ਦੇ ਨਾਲ ਕਰਾਂਗੇ। ਕੈਨੇਡਾ ਤੋਂ ਅਮਰੀਕਾ ਲਈ ਰਵਾਨਾ ਹੋਏ ਇਸ ਟਰੱਕ ਦੇ ਵਿੱਚੋਂ 1100 ਕਿਲੋ ਤੋਂ ਵੱਧ ਭੰਗ ਮਿਲੀ। ਦੱਸਾਂਗੇ ਕੀ ਹੈ ਪੂਰਾ ਮਾਮਲਾ। ਜਗਮੀਤ ਸਿੰਘ ਨੇ ਕੈਨੇਡਾ ਵਾਸੀਆਂ ਦੇ ਲਈ ਕੀਤਾ ਵਾਅਦਾ, ਛੋਟੇ ਤੇ ਭਾਈਚਾਰਕ ਵਪਾਰਾਂ ਨੂੰ ਦਿੱਤੀ ਜਾਵੇਗੀ ਮਦਦ। ਦੱਸਾਂਗੇ ਹੋਰ ਕੀ ਕੁਝ ਕਿਹਾ। ਕੰਜ਼ਰਵੇਟਿਵ ਪਾਰਟੀ ਵੱਲੋਂ ਐਰੀਨ ਓਟੂਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਈ ਤਾਂ ਦਸੰਬਰ ਦੇ ਪੂਰੇ ਮਹੀਨੇ ਦੇ ਲਈ GST ਨਹੀਂ ਲਈ ਜਾਵੇਗੀ। ਐਲਬਰਟਾ ਵਿੱਚ PNP ਡਰਾਅ ਨਿਕਲਿਆ, ਉਸ ਦੇ ਬਾਰੇ ਜਾਣਕਾਰੀ ਦੇਵਾਂਗੇ। ਚੋਣ ਪ੍ਰਚਾਰ 'ਚ ਜੁਟੇ ਜਸਟਿਨ ਟਰੂਡੋ ਹੁਣ ਪਹੁੰਚੇ ਵੈਨਕੂਵਰ। ਦੱਸਾਂਗੇ ਅੱਜ ਉਨ੍ਹਾਂ ਨੇ ਕੀ ਕੁਝ ਵਾਅਦੇ ਕੀਤੇ ਨੇ। ਓਨਟਾਰੀਓ ਨੇ ਸਿਹਤ ਕਾਮਿਆਂ ਸਮੇਤ ਸਿੱਖਿਆ ਦੇਣ ਵਾਲੀਆਂ ਥਾਵਾਂ ਦੇ ਉੱਤੇ ਕਾਮਿਆਂ ਦੇ ਲਈ ਟੀਕੇ ਲਾਜ਼ਮੀ ਕਰ ਦਿੱਤੇ ਨੇ ਤੇ ਹਦਾਇਤਾਂ ਹਟਾਉਣ ਸੰਬੰਧੀ ਕੀ ਹੈ ਅਪਡੇਟ, ਦੱਸਾਂਗੇ ਇਸ ਦੇ ਬਾਰੇ ਵੀ। ਇਸ ਦੇ ਨਾਲ ਹੀ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਕੈਨੇਡਾ ਤੋਂ ਅਮਰੀਕਾ ਵਿੱਚ ਗਏ ਇੱਕ ਟਰੱਕ ਦੇ ਵਿੱਚੋਂ 1100 ਕਿਲੋ ਤੋਂ ਵੱਧ ਭੰਗ ਮਿਲੀ ਤੇ ਉਸ ਟਰੱਕ ਦੇ ਡਰਾਈਵਰ ਨੂੰ ਅਮਰੀਕੀ ਅਧਿਕਾਰੀਆਂ ਨੇ ਛੱਡ ਵੀ ਦਿੱਤਾ। ਦਰਅਸਲ ਕੀ ਹੈ ਪੂਰਾ ਮਾਮਲਾ, ਤੁਹਾਨੂੰ ਰਿਪੋਰਟ ਦੇ ਵਿੱਚ ਦੱਸਦੇ ਹਾਂ। ਓਨਟਾਰੀਓ ਦੇ ਲੰਡਨ ਤੋਂ ਰੋਹਨ ਹੋਲਨਸ ਨਾਮਕ ਵਿਅਕਤੀ ਨੇ ਆਪਣੇ ਇੱਕ ਮਾਮਲੇ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ, ਜਿਸ ਦੇ ਵਿੱਚ ਉਸਨੇ ਕਿਹਾ ਕਿ ਬਰੈਂਪਟਨ ਦੇ ਕੋਲੋਂ ਉਹ ਟਰੱਕ ਲੈ ਕੇ ਅਮਰੀਕਾ ਗਿਆ ਸੀ ਤੇ ਅਮਰੀਕਾ ਦੇ ਬਾਰਡਰ ਦੇ ਉੱਤੇ ਉਸ ਟਰੱਕ ਦੇ ਵਿੱਚ ਭੰਗ ਪਾਈ ਗਈ, ਜੋ ਕਿ US ਕਸਟਮ ਤੇ ਬਾਰਡਰ ਪ੍ਰੋਟੈਕਸ਼ਨ ਅਧਿਕਾਰੀਆਂ ਨੇ ਜਦੋਂ ਜਾਂਚ ਕੀਤੀ ਤਾਂ ਪਾਇਆ ਗਿਆ ਕਿ 1100 ਕਿਲੋ ਤੋਂ ਵੱਧ ਭੰਗ ਉਸ ਟਰੱਕ ਦੇ ਵਿੱਚ ਮੌਜੂਦ ਸੀ, ਜਿਸ ਦੇ ਬਾਰੇ ਰੋਹਨ ਹੋਲਨਸ ਦਾ ਕਹਿਣਾ ਹੈ ਕਿ ਉਸ ਨੂੰ ਉਸ ਦੇ ਬਾਰੇ ਕੁਝ ਨਹੀਂ ਸੀ ਪਤਾ। ਜਿਸ ਤੋਂ ਬਾਅਦ ਉਸਨੇ ਦੱਸਿਆ ਕਿ ਉਹ ਕਾਫੀ ਜ਼ਿਆਦਾ ਡਰ ਗਿਆ ਸੀ ਕਿ ਜੇਕਰ ਉਸ ਭੰਗ ਦੇ ਸਮੇਤ ਉਹ ਟਰੱਕ ਨੂੰ ਲੈ ਕੇ ਬਾਰਡਰ ਨੂੰ ਪਾਰ ਕਰ ਜਾਂਦਾ ਤਾਂ ਕਿਤੇ ਬਾਰਡਰ ਪਾਰ ਉਸ ਭੰਗ ਨੂੰ ਲੈਣ ਦੇ ਵਾਸਤੇ ਵਿਅਕਤੀ ਉਸ ਨੂੰ ਕਤਲ ਨਾ ਕਰ ਦਿੰਦੇ, ਜੋ ਕਿ ਇੱਕ ਜਮਾਇਕਾ ਦਾ ਸਿਟੀਜ਼ਨ ਹੈ ਤੇ ਕੈਨੇਡਾ ਵਿੱਚ PR ਹੈ। ਜਿਸ ਦੇ ਬਾਰੇ ਇਹ ਵੀ ਦੱਸਿਆ ਗਿਆ ਹੈ ਕਿ ਰੋਹਨ ਹੋਲਨਸ ਪਹਿਲਾਂ 3 ਸਾਲ ਖੇਤੀਬਾੜੀ ਦੇ ਕਾਮੇ ਵਜੋਂ ਕੈਨੇਡਾ ਵਿੱਚ ਕੰਮ ਕਰ ਚੁੱਕਿਆ ਤੇ ਉਸ ਤੋਂ ਬਾਅਦ ਜਦੋਂ ਉਹ ਪੱਕਾ ਹੋ ਗਿਆ ਤਾਂ ਓਨਟਾਰੀਓ ਦੇ ਲੰਡਨ ਵਿੱਚ ਇੱਕ ਟਰੱਕਿੰਗ ਕੰਪਨੀ ਦੇ ਨਾਲ ਕੰਮ ਕਰਦਾ ਹੈ। ਜੁਲਾਈ 21 ਦੇ ਦਿਨ ਇਹ ਮਾਮਲਾ ਵਾਪਰਿਆ ਜਦੋਂ 1172 ਕਿਲੋ ਦੇ ਕਰੀਬ ਭੰਗ ਉਸ ਦੇ ਟ੍ਰੇਲਰ ਵਿੱਚੋਂ US ਕਸਟਮ ਅਧਿਕਾਰੀਆਂ ਨੂੰ ਮਿਲੀ, ਜਿਸ ਤੋਂ ਬਾਅਦ ਉਸ ਨੂੰ ਕਈ ਘੰਟੇ ਵਾਸਤੇ ਹਿਰਾਸਤ ਵਿੱਚ ਰੱਖ ਲਿਆ ਗਿਆ, ਪਰ ਉਸ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਗਿਆ, ਜਿਸ ਨੇ ਕਿਹਾ ਕਿ ਅਧਿਕਾਰੀਆਂ ਨੂੰ ਇਹ ਜਾਪਿਆ ਕਿ ਉਹ ਬੇਕਸੂਰ ਹੈ, ਜਿਸ ਕਰਕੇ ਉਸ ਨੂੰ ਛੱਡ ਦਿੱਤਾ ਗਿਆ 12 ਘੰਟੇ ਹਿਰਾਸਤ ਵਿੱਚ ਰੱਖਣ ਤੋਂ ਬਾਅਦ। ਪਰ ਇਸ ਮੌਕੇ ਫ੍ਰੀ ਐਂਡ ਸਿਕਿਉਰ ਟ੍ਰੇਡ ਯਾਨੀ ਕਿ ਫਾਸਟ ਕਾਰਡ ਉਸਦਾ ਰੱਦ ਕਰ ਦਿੱਤਾ ਗਿਆ ਅਮਰੀਕਾ ਦੇ ਵੱਲੋਂ ਤੇ ਨਾਲ ਹੀ ਉਸ ਦੇ ਉੱਤੇ ਬੈਨ ਵੀ ਲਗਾ ਦਿੱਤਾ ਗਿਆ ਕਿ ਉਹ ਅਮਰੀਕਾ ਦੇ ਵਿੱਚ ਨਹੀਂ ਆ ਸਕਦਾ ਤੇ ਅਦਾਲਤ ਵਿੱਚ ਪੇਸ਼ੀ ਦੇ ਵਾਸਤੇ ਉਸ ਨੂੰ ਨੋਟਿਸ ਦਿੱਤਾ ਗਿਆ। ਇਸ ਮੌਕੇ ਰੋਹਨ ਨੇ ਦੱਸਿਆ ਕਿ ਉਸ ਦਾ ਇੱਕ 2 ਸਾਲ ਦਾ ਬੱਚਾ ਵੀ ਹੈ ਤੇ ਉਸ ਨੂੰ ਉਸ ਭੰਗ ਦੇ ਬਾਰੇ ਕੁਝ ਨਹੀਂ ਸੀ ਪਤਾ। ਇਸ ਪੂਰੇ ਮਾਮਲੇ ਦੇ ਉੱਤੇ ਹਜੇ ਜਾਂਚ ਚੱਲ ਰਹੀ ਹੈ। ਜੋ ਇਹ ਤਸਵੀਰ ਸਾਂਝੀ ਕੀਤੀ ਗਈ ਹੈ ਟਰੱਕ ਦੀ, ਇਸ ਟਰੱਕ ਨੂੰ ਲੈ ਕੇ ਰੋਹਨ ਬਾਰਡਰ ਪਾਰ ਗਿਆ ਸੀ, ਜਿਸ ਦੇ ਟ੍ਰੇਲਰ ਨੂੰ ਅਧਿਕਾਰੀਆਂ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਟਰੱਕ ਨੂੰ ਵਾਪਸ ਕਰ ਦਿੱਤਾ ਗਿਆ। ਅਜਿਹੇ ਮਾਮਲੇ ਪਹਿਲਾਂ ਵੀ ਕਈ ਵਾਰ ਸਾਹਮਣੇ ਆਏ ਨੇ, ਜਿਸ ਦੇ ਵਿੱਚ ਡਰਾਈਵਰ ਨੂੰ ਪਤਾ ਵੀ ਨਹੀਂ ਹੁੰਦਾ ਕਿ ਉਸ ਦੇ ਵਾਹਨ ਦੇ ਵਿੱਚ ਕੋਈ ਗੈਰ ਕਾਨੂੰਨੀ ਚੀਜ਼ ਪਈ ਹੋਈ ਹੈ। ਇਸ ਮੌਕੇ ਇਹ ਵੀ ਤਾਂ ਹੀ ਬਾਰ-ਬਾਰ ਕਿਹਾ ਜਾਂਦਾ ਹੈ ਕਿ ਜਦੋਂ ਵੀ ਤੁਸੀਂ ਆਪਣਾ ਵਾਹਨ ਲੈ ਕੇ ਜਾਣਾ ਬਾਰਡਰ ਪਾਰ ਖਾਸ ਤੌਰ ਦੇ ਉੱਤੇ ਤਾਂ ਉਸ ਦੀ ਚੈਕਿੰਗ ਖੁਦ ਇੱਕ ਵਾਰ ਜ਼ਰੂਰ ਕੀਤੀ ਜਾਵੇ। ਪਰ ਇਸ ਮੌਕੇ ਦਿੱਕਤ ਉਹਨਾਂ ਦੇ ਵਾਸਤੇ ਹੋ ਜਾਂਦੀ ਹੈ ਜਿਨ੍ਹਾਂ ਨੂੰ ਪਹਿਲਾਂ ਤੋਂ ਹੀ ਪੂਰਾ ਲੋਡ ਕੁਝ ਇਸ ਤਰ੍ਹਾਂ ਮਿਲਦਾ ਹੈ ਕਿ ਉਹ ਪਹਿਲਾਂ ਹੀ ਬੰਦ ਹੁੰਦਾ ਹੈ, ਜਿਸ ਨੂੰ ਉਹ ਪਹਿਲਾਂ ਦੇਖ ਵੀ ਨਹੀਂ ਸਕਦੇ ਤੇ ਇਸੇ ਤਰ੍ਹਾਂ ਉਸ ਲੋਡ ਨੂੰ ਉਹਨਾਂ ਨੇ ਲੈ ਕੇ ਜਾਣਾ ਹੁੰਦਾ ਹੈ। ਪਰ ਇਸ ਦੇ ਉੱਤੇ ਹੁਣ ਜੋ ਇਹ ਮਾਮਲਾ ਹੈ ਜਾਂਚ ਚੱਲ ਰਹੀ ਹੈ। ਜੇਕਰ ਇਸ ਦੇ ਕੋਈ ਹੋਰ ਅਪਡੇਟ ਸਾਹਮਣੇ ਆਵੇਗੀ ਤਾਂ ਤੁਹਾਨੂੰ ਦੱਸਾਂਗੇ। ਹੁਣ ਰੁਕ ਅਗਲੀ ਖਬਰ ਦੇ ਵੱਲ। ਕੈਨੇਡਾ ਭਰ ਵਿੱਚ ਚੋਣਾਂ ਦਾ ਜੋ ਮਾਹੌਲ ਬਣਿਆ ਹੋਇਆ, ਉਸ ਮੌਕੇ ਵੱਖੋ-ਵੱਖਰੀਆਂ ਪਾਰਟੀਆਂ ਵਾਅਦੇ ਕਰਨ ਦੇ ਵਿੱਚ ਲੱਗੀਆਂ ਹੋਈਆਂ ਨੇ ਤੇ ਇਸੇ ਨੂੰ ਲੈ ਕੇ ਜਗਮੀਤ ਸਿੰਘ ਨੇ ਅੱਜ ਸਵੇਰੇ ਇੱਕ ਵਾਅਦਾ ਕੀਤਾ ਵਪਾਰੀਆਂ ਦੇ ਨਾਲ, ਜਿਸ ਦੇ ਵਿੱਚ ਕਿਹਾ ਗਿਆ ਕਿ ਛੋਟੇ ਵਪਾਰ ਤੇ ਨਾਲ ਹੀ ਭਾਈਚਾਰਕ ਵਪਾਰ ਨੇ ਜੋ ਉਹਨਾਂ ਦੇ ਵਾਸਤੇ ਨਿਵੇਸ਼ ਕੀਤਾ ਜਾਵੇਗਾ ਹੋਰ ਜ਼ਿਆਦਾ, ਤੇ ਨਾਲ ਹੀ ਜਸਟਿਨ ਟਰੂਡੋ ਦੇ ਬਾਰੇ ਜਿਹੜੇ ਉਹਨਾਂ ਦੇ ਵੱਲੋਂ ਵਾਅਦੇ ਕੀਤੇ ਗਏ ਉਸ ਦੇ ਬਾਰੇ ਵੀ ਜਗਮੀਤ ਸਿੰਘ ਨੇ ਕੀ ਕੁਝ ਕਿਹਾ ਉਹ ਤੁਹਾਨੂੰ ਦੱਸਦੇ ਹਾਂ। NDP ਲੀਡਰ ਜਗਮੀਤ ਸਿੰਘ ਨੇ ਅੱਜ ਕੋਕਟਲਮ ਦੇ ਵਿੱਚ ਸਵੇਰੇ ਪ੍ਰੈਸ ਕਾਨਫਰੰਸ ਕੀਤੀ, ਜਿੱਥੇ ਕਿ ਉਹ ਇੱਕ ਅਜਿਹੇ ਕਾਰਖਾਨੇ ਵਿੱਚ ਪਹੁੰਚੇ ਜਿੱਥੇ N95 ਮਾਸਕ ਤਿਆਰ ਕੀਤੇ ਜਾਂਦੇ ਨੇ। ਇਸ ਮੌਕੇ ਜਗਮੀਤ ਸਿੰਘ ਨੇ ਵਾਅਦਾ ਕੀਤਾ ਕਿ ਜੇਕਰ NDP ਸਰਕਾਰ ਆਉਂਦੀ ਹੈ ਤਾਂ ਇਸ ਮੌਕੇ ਜੋ ਨਿਵੇਸ਼ ਹੈ ਉਹ ਛੋਟੇ ਵਪਾਰ ਤੇ ਨਾਲ ਹੀ ਭਾਈਚਾਰਕ ਵਪਾਰਾਂ ਦੇ ਵਿੱਚ ਕੀਤਾ ਜਾਵੇਗਾ। ਇਸ ਮੌਕੇ ਉਹਨਾਂ ਨੇ ਜਸਟਿਨ ਟਰੂਡੋ ਦੇ ਉੱਤੇ ਇਲਜ਼ਾਮ ਵੀ ਲਗਾਏ ਕਿ ਜਸਟਿਨ ਟਰੂਡੋ ਦੇ ਵੱਲੋਂ ਵੱਡੀਆਂ ਮਲਟੀਨੈਸ਼ਨਲ ਕੰਪਨੀਆਂ ਨੂੰ ਹੀ ਫਾਇਦਾ ਦਿੱਤਾ ਗਿਆ ਹੁਣ ਤੱਕ, ਪਰ NDP ਵੱਲੋਂ ਅਜਿਹਾ ਨਹੀਂ ਕੀਤਾ ਜਾਵੇਗਾ। NDP ਵੱਲੋਂ ਕੈਨੇਡਾ ਦੇ ਵਿੱਚ ਹੀ ਸਮਾਨ ਤਿਆਰ ਕਰਨ ਵਾਲੇ ਤੇ ਨਾਲ ਹੀ ਛੋਟੇ ਵਪਾਰਾਂ ਨੂੰ ਸਾਥ ਦਿੱਤਾ ਜਾਵੇਗਾ ਤੇ ਉਸ ਦੇ ਵਿੱਚ ਨਿਵੇਸ਼ ਕੀਤਾ ਜਾਵੇਗਾ। ਇਸ ਮੌਕੇ ਜਗਮੀਤ ਸਿੰਘ ਨੇ ਲਿਬਰਲਸ ਤੇ ਨਾਲ ਹੀ ਕੰਜ਼ਰਵੇਟਿਵਸ ਤੇ ਇਲਜ਼ਾਮ ਲਗਾਏ ਕਿ ਇਹਨਾਂ ਦੇ ਵੱਲੋਂ ਸਹੀ ਸਮੇਂ ਤੇ ਕਦਮ ਨਹੀਂ ਚੁੱਕੇ ਗਏ, ਜਿਸ ਕਰਕੇ ਕੈਨੇਡਾ ਦੇ ਵਿੱਚ ਆਪਣਾ ਸਮਾਨ ਤਿਆਰ ਨਹੀਂ ਕੀਤਾ ਜਾ ਸਕਿਆ ਉਸ ਸਮੇਂ
ਜਦੋਂ ਮਹਾਮਾਰੀ ਦੇ ਦੌਰਾਨ ਸਭ ਤੋਂ ਜ਼ਿਆਦਾ ਮੈਡੀਕਲ ਸਹੂਲਤਾਂ ਦੀ ਕੈਨੇਡਾ ਵਾਸੀਆਂ ਨੂੰ ਲੋੜ ਸੀ, ਜਿਸ ਕਰਕੇ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ, ਜਿਸ ਵਿੱਚ ਜਸਟਿਨ ਟਰੂਡੋ ਦੇ ਉੱਤੇ ਜਗਮੀਤ ਸਿੰਘ ਨੇ ਇਹ ਇਲਜ਼ਾਮ ਵੀ ਲਗਾਏ ਕਿ ਟਰੂਡੋ ਦੇ ਵੱਲੋਂ ਕੈਨੇਡਾ ਵਾਸੀਆਂ ਦੀਆਂ ਨੌਕਰੀਆਂ ਨੂੰ ਦਾਅ ਦੇ ਉੱਤੇ ਲਗਾਇਆ ਗਿਆ ਕਿ ਕੈਨੇਡਾ ਦੇ ਵਿੱਚ ਕੱਚਾ ਸਮਾਨ ਕਿੰਨਾ ਜ਼ਿਆਦਾ ਆਪਣਾ ਮਿਲਦਾ ਹੈ। ਜੇਕਰ ਇੱਥੇ ਹੀ ਕਾਰਖਾਨੇ ਲੱਗਣ ਤੇ ਇੱਥੇ ਹੀ ਸਮਾਨ ਤਿਆਰ ਹੋਵੇ ਤਾਂ ਕੈਨੇਡਾ ਵਾਸੀਆਂ ਨੂੰ ਉਸ ਦੇ ਨਾਲ ਫਾਇਦਾ ਹੁੰਦਾ। ਜਿਸ ਤੋਂ ਬਾਅਦ ਜਗਮੀਤ ਸਿੰਘ ਨੇ ਕਿਹਾ ਕਿ ਜਸਟਿਨ ਟਰੂਡੋ ਜੋ ਕੈਨੇਡਾ ਵਾਸੀਆਂ ਦੇ ਲਈ ਇਹ ਨਹੀਂ ਕਰ ਸਕੇ, ਉਹ ਉਹਨਾਂ ਦੇ ਵੱਲੋਂ ਕੀਤਾ ਜਾਵੇਗਾ ਜੇਕਰ ਉਹਨਾਂ ਦੀ ਸਰਕਾਰ ਆਉਂਦੀ ਹੈ। ਇਸ ਨਾਲ ਅਗਲੀ ਖਬਰ ਹੈ ਕਿ ਕੰਜ਼ਰਵੇਟਿਵ ਪਾਰਟੀ ਦੇ ਵੱਲੋਂ ਇੱਕ ਹੋਰ ਨਵਾਂ ਵਾਅਦਾ ਕਰ ਦਿੱਤਾ ਗਿਆ ਹੈ ਕਿ ਜੇਕਰ ਕੰਜ਼ਰਵੇਟਿਵ ਪਾਰਟੀ ਚੋਣ ਜਿੱਤਦੀ ਹੈ ਤਾਂ ਪੂਰੇ ਦਸੰਬਰ ਮਹੀਨੇ ਦੇ ਵਾਸਤੇ GST ਨਹੀਂ ਲਿਆ ਜਾਵੇਗਾ, ਜਿਸ ਦੇ ਵਿੱਚ ਕੈਨੇਡਾ ਵਿੱਚ ਪਰਿਵਾਰਾਂ ਨੂੰ ਤਾਂ ਰਾਹਤ ਮਿਲੇਗੀ ਹੀ, ਸਗੋਂ ਵਪਾਰਾਂ ਦਾ ਜ਼ਿਆਦਾ ਵਪਾਰ ਵੀ ਉਸ ਮੌਕੇ ਹੋਵੇਗਾ ਕਿ ਚੀਜ਼ਾਂ ਜ਼ਿਆਦਾ ਖਰੀਦੀਆਂ ਜਾਣਗੀਆਂ। ਇਸ ਮੌਕੇ ਐਰੀਨੋ ਟੂਲ ਦੇ ਵੱਲੋਂ ਜਦੋਂ ਇਹ ਐਲਾਨ ਕੀਤਾ ਗਿਆ, ਉਸ ਦੇ ਵਿੱਚ GST ਦੀ ਛੁੱਟੀ 1 ਮਹੀਨੇ ਵਾਸਤੇ ਕੀਤੇ ਜਾਣ ਦੇ ਬਾਰੇ ਉਹਨਾਂ ਨੇ ਕਿਹਾ, ਜਿਸ ਦੇ ਨਾਲ ਉਹਨਾਂ ਨੇ ਦਾਅਵਾ ਕੀਤਾ ਕਿ ਕੈਨੇਡਾ ਵਾਸੀਆਂ ਨੂੰ ਇਸ 1 ਮਹੀਨੇ ਦੇ ਵਿੱਚ ਹੀ ਵੱਡਾ ਫਾਇਦਾ ਹੋਵੇਗਾ। As Prime Minister, I will implement a month-long GST holiday this December. All purchases will be tax-free for a month. This will put $1.5 billion back into Canadians' pockets. ਅਗਲੀ ਖਬਰ ਹੈ ਕਿ ਅਲਬਰਟਾ PNP ਦੇ ਬਾਰੇ ਅਲਬਰਟਾ ਤੋਂ ਇਮੀਗ੍ਰੇਸ਼ਨ ਵਿਭਾਗ ਨੇ ਜਾਣਕਾਰੀ ਦਿੱਤੀ ਹੈ। ਤਾਜ਼ਾ ਡਰਾਅ ਜੋ 10 ਅਗਸਤ ਨੂੰ ਨਿਕਲਿਆ ਸੀ, ਉਸ ਦੇ ਬਾਰੇ ਉਹਨਾਂ ਨੇ ਕੀ ਕੁਝ ਦੱਸਿਆ ਤੁਹਾਨੂੰ ਦੱਸਦੇ ਹਾਂ। ਅਲਬਰਟਾ ਵਿੱਚ ਐਕਸਪ੍ਰੈਸ ਐਂਟਰੀ ਤਹਿਤ PNP ਦਾ ਤਾਜ਼ਾ ਡਰਾਅ ਨਿਕਲਿਆ, ਜਿਸ ਦੇ ਵਿੱਚ 396 ਜਣਿਆਂ ਨੂੰ ਇਨਵੀਟੇਸ਼ਨ ਭੇਜੇ ਗਏ ਨੇ। ਇਸ ਡਰਾਅ ਤਹਿਤ ਇਹ PNP ਦਾ ਡਰਾਅ ਅਗਸਤ 10 ਨੂੰ ਨਿਕਲਿਆ ਸੀ, ਜਿਸ ਦੇ ਬਾਰੇ ਇਮੀਗ੍ਰੇਸ਼ਨ ਵਿਭਾਗ ਹੈ ਜੋ ਅਲਬਰਟਾ ਦਾ ਉਹਨਾਂ ਨੇ ਜਾਣਕਾਰੀ ਦਿੱਤੀ ਹੈ। AINP ਡਰਾਅ ਹੈ ਜੋ ਉਸ ਦੇ ਵਿੱਚ CRS ਸਕੋਰ ਘੱਟੋ ਘੱਟ 300 ਤੱਕ ਗਿਆ ਹੈ, ਜਿਸ ਦੇ ਵਿੱਚ ਇਹ ਇਨਵੀਟੇਸ਼ਨ ਭੇਜੇ ਗਏ ਨੇ। ਪਿਛਲੀ ਵਾਰ ਵੀ ਅਲਬਰਟਾ ਦੇ ਵਿੱਚ ਜੋ CRS ਸਕੋਰ ਸੀ ਘੱਟੋ ਘੱਟ PNP ਦੇ ਵਾਸਤੇ ਕੁਝ ਇਸ ਤਰ੍ਹਾਂ ਹੀ ਰਿਹਾ ਸੀ। ਹੁਣ ਤੱਕ ਸਾਲ 2021 ਵਿੱਚ ਅਲਬਰਟਾ 3157 ਜਣਿਆਂ ਨੂੰ ਐਕਸਪ੍ਰੈਸ ਐਂਟਰੀ ਤਹਿਤ ਇਨਵੀਟੇਸ਼ਨ ਭੇਜ ਚੁੱਕਿਆ ਹੈ। ਸਾਲ 2021 ਦੇ ਵਿੱਚ 6250 ਨੋਮੀਨੇਸ਼ਨ ਸਰਟੀਫਿਕੇਟ ਅਲਬਰਟਾ ਭੇਜ ਸਕਦਾ ਹੈ, ਇਸ ਦੀ ਇਜਾਜ਼ਤ ਹੈ। ਅੱਗੇ ਕਿ ਸਰੀ RCMP ਨੇ ICBC ਦੇ ਨਾਲ ਮਿਲ ਕੇ ਜੋ ਇੱਕ ਮੁਹਿੰਮ ਚਲਾਈ, ਉਸ ਦੇ ਵਿੱਚ ਵੱਖੋ ਵੱਖਰੇ ਥਾਵਾਂ ਦੇ ਉੱਤੇ ਜਾ ਕੇ ਉਹਨਾਂ ਦੇ ਵੱਲੋਂ ਡਰਾਈਵਰਸ ਨੂੰ ਜਾਗਰੂਕ ਕੀਤਾ ਜਾਂਦਾ ਹੈ ਕਿ ਵਧੀਆ ਤਰੀਕੇ ਨਾਲ ਗੱਡੀ ਚਲਾਈ ਜਾਵੇ, ਅਣਗਹਿਲੀ ਨਾ ਵਰਤੀ ਜਾਵੇ। ਤੇ ਇਸ ਮਾਮਲੇ ਵਿੱਚ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਕਿ ਇੱਕ ਥਾਂ ਦੇ ਉੱਤੇ ਜਦੋਂ ਟ੍ਰੈਫਿਕ ਸਟਾਪ ਲਗਾਇਆ ਤਾਂ ਮਹਿਜ਼ 2 ਘੰਟੇ ਦੇ ਸਮੇਂ ਵਿੱਚ 41 ਡਰਾਈਵਰ ਅਜਿਹੇ ਮਿਲੇ ਜਿਹੜੇ ਕਿ ਸੜਕੀ ਨਿਯਮਾਂ ਦੀ ਉਲੰਘਣਾ ਕਰ ਰਹੇ ਸਨ, ਜਿਨ੍ਹਾਂ ਨੂੰ ਟਿਕਟਸ ਵੀ ਮਿਲੀਆਂ ਨੇ। ਤੇ ਇਸ ਦੇ ਨਾਲ ਹੀ ਹੋਰ ਵੀ ਇਸ ਦੇ ਉੱਤੇ ਕੀ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ, ਉਹ ਤੁਹਾਨੂੰ ਹੁਣ ਦੱਸਾਂਗੇ। ਸਰੀ RCMP ਨੇ ਸਰੀ ਨਿਵਾਸੀਆਂ ਦੇ ਵਾਸਤੇ ਸੰਦੇਸ਼ ਜਾਰੀ ਕੀਤਾ ਤੇ ਉਹਨਾਂ ਨੂੰ ਯਾਦ ਕਰਵਾਇਆ ਜਾ ਰਿਹਾ ਹੈ ਕਿ ਜਿੰਨੇ ਵੀ ਡਰਾਈਵਰ ਨੇ ਸੜਕੀ ਨਿਯਮਾਂ ਦੀ ਪਾਲਣਾ ਜ਼ਰੂਰ ਕੀਤੀ ਜਾਵੇ, ਆਪ ਨੂੰ ਤੇ ਆਪਣਿਆਂ ਨੂੰ ਸੁਰੱਖਿਅਤ ਰੱਖਣ ਦੇ ਵਾਸਤੇ। ਇਸ ਮੌਕੇ ਸਰੀ RCMP ਨੇ ICBC ਅਧਿਕਾਰੀਆਂ ਦੇ ਨਾਲ ਮਿਲ ਕੇ ਪੋਰਟ ਕੈਲਸ ਪਾਰਕ ਦੇ ਨੇੜੇ ਇੱਕ ਟ੍ਰੈਫਿਕ ਚੈੱਕ ਲਗਾਇਆ ਅਗਸਤ 12 ਦੇ ਦਿਨ, ਜਿੱਥੇ ਕਿ ਰਫ਼ਤਾਰ ਦੀ ਸੀਮਾ 30 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ ਹੈ। ਪਰ ਇਸ ਮੌਕੇ ਕਈ ਡਰਾਈਵਰ ਅਜਿਹੇ ਪਾਏ ਗਏ ਜੋ ਕਿ ਸੜਕੀ ਨਿਯਮਾਂ ਦੀ ਉਲੰਘਣਾ ਕਰ ਰਹੇ ਸਨ, ਜਿਸ ਦੇ ਵਿੱਚ 2 ਘੰਟੇ ਦਾ ਇਹ ਚੈੱਕ ਪੁਆਇੰਟ ਲਗਾਇਆ ਗਿਆ ਸੀ ਤਾਂ 2 ਘੰਟੇ ਦੇ ਸਮੇਂ ਦੇ ਵਿੱਚ ਹੀ 41 ਜਣਿਆਂ ਨੂੰ ਟਿਕਟਸ ਦਿੱਤੀਆਂ ਗਈਆਂ ਤੇ ਇੱਕ ਅਜਿਹਾ ਡਰਾਈਵਰ ਪਾਇਆ ਗਿਆ ਜਿਸ ਨੇ ਕਿ ਕਾਫੀ ਗੰਭੀਰ ਰੂਪ ਵਿੱਚ ਸੜਕੀ ਨਿਯਮ ਦੀ ਉਲੰਘਣਾ ਕੀਤੀ, ਜਿਸ ਤੋਂ ਬਾਅਦ 90 ਦਿਨ ਦੇ ਵਾਸਤੇ ਉਸ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਡਰਾਈਵਿੰਗ ਦੇ ਵਾਸਤੇ ਤੇ ਨਾਲ ਹੀ 30 ਦਿਨ ਦੇ ਵਾਸਤੇ ਉਸ ਦਾ ਵਾਹਨ ਜ਼ਬਤ ਕਰ ਲਿਆ ਗਿਆ। ਅਧਿਕਾਰੀਆਂ ਨੇ ਇਸ ਮੌਕੇ ਕਿਹਾ ਕਿ ਸੜਕੀ ਨਿਯਮਾਂ ਦੀ ਪਾਲਣਾ ਕਰਕੇ ਆਪਣੇ ਆਪ ਨੂੰ ਤੇ ਨਾਲ ਦੂਜਿਆਂ ਦੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਿਆ ਜਾਂਦਾ ਤੇ ਡਰਾਈਵਰ ਅਜਿਹੀ ਉਲੰਘਣਾ ਕਦੀ ਵੀ ਨਾ ਕਰਨ ਜਿਸ ਦੇ ਕਰਕੇ ਦੂਜਿਆਂ ਦੀ ਜ਼ਿੰਦਗੀ ਵੀ ਖਤਰੇ ਦੇ ਵਿੱਚ ਪੈ ਜਾਵੇ। ਓਨਟਾਰੀਓ ਸਰਕਾਰ ਨੇ ਅੱਜ ਇੱਕ ਤਾਜ਼ਾ ਐਲਾਨ ਕੀਤਾ ਹੈ। ਕੋਵਿਡ-19 ਦੇ ਟੀਕੇ ਹੁਣ ਕਿਹਨਾਂ ਦੇ ਵਾਸਤੇ ਲਾਜ਼ਮੀ ਕਰ ਦਿੱਤੇ ਗਏ ਨੇ ਤੇ ਕੋਵਿਡ-19 ਦੀਆਂ ਹਦਾਇਤਾਂ ਕਦੋਂ ਤੱਕ ਹਟਾਉਣ ਦੇ ਬਾਰੇ ਹੁਣ ਜ਼ਿਕਰ ਕੀਤਾ ਗਿਆ, ਤੁਹਾਨੂੰ ਦੱਸਾਂਗੇ। ਓਨਟਾਰੀਓ ਸਰਕਾਰ ਨੇ ਤਾਜ਼ਾ ਐਲਾਨ ਕਰ ਦਿੱਤਾ ਹੈ ਕੋਵਿਡ-19 ਟੀਕਿਆਂ ਨੂੰ ਲੈ ਕੇ ਜੋ ਸਿਹਤ ਕਾਮੇ ਨੇ ਤੇ ਨਾਲ ਹੀ ਪੜ੍ਹਾਈ ਵਾਲੀਆਂ ਥਾਵਾਂ ਦੇ ਉੱਤੇ ਕਾਮੇ ਨੇ, ਉਹਨਾਂ ਦੇ ਵਾਸਤੇ ਟੀਕੇ ਲਾਜ਼ਮੀ ਕਰ ਦਿੱਤੇ ਗਏ ਨੇ। ਜਿਸ ਦੇ ਬਾਰੇ ਓਨਟਾਰੀਓ ਸਰਕਾਰ ਨੇ ਜਦੋਂ ਐਲਾਨ ਕੀਤਾ ਤਾਂ ਇਸ ਦੇ ਵਿੱਚ ਓਨਟਾਰੀਓ ਦੇ ਪਬਲਿਕ ਐਜੂਕੇਸ਼ਨ ਤੇ ਹੋਰ ਸਿਹਤ ਸੇਵਾਵਾਂ ਦੇਣ ਵਾਲੀਆਂ ਜਿਹੜੀਆਂ ਥਾਵਾਂ ਨੇ, ਉਹਨਾਂ ਥਾਵਾਂ ਦੇ ਉੱਤੇ ਕੰਮ ਕਰਦੇ ਕਾਮੇ ਤੇ ਉਹਨਾਂ ਦੇ EMPLOYERS ਦੇ ਵਾਸਤੇ ਹਦਾਇਤਾਂ ਜਾਰੀ ਕੀਤੀਆਂ ਨੇ। ਮੰਗਲਵਾਰ ਨੂੰ ਇਹ ਐਲਾਨ ਕੀਤਾ ਗਿਆ, ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਕੋਵਿਡ-19 ਦੇ ਟੀਕਿਆਂ ਨਾਲ ਸੰਬੰਧਿਤ ਪਾਲਿਸੀ ਆਪੋ ਆਪਣੇ ਵਿਭਾਗਾਂ ਦੇ ਵਿੱਚ ਲਾਗੂ ਕੀਤੀ ਜਾਵੇ। ਜਿਸ ਦੇ ਬਾਰੇ ਸੂਬਾ ਸਰਕਾਰ ਨੇ ਜਦੋਂ ਐਲਾਨ ਕੀਤਾ ਤਾਂ ਨਾਲ ਹੀ ਕਿਹਾ ਕਿ ਇਸ ਸਮੇਂ ਕੋਵਿਡ-19 ਦੀ ਚੌਥੀ ਲਹਿਰ ਦਾ ਜ਼ਿਕਰ ਜਿਵੇਂ ਹੋ ਰਿਹਾ ਹੈ ਤਾਂ
ਚੌਥੀ ਲਹਿਰ ਆ ਗਈ ਹੈ, ਇਹ ਦਿਖਾਈ ਵੀ ਦੇ ਰਿਹਾ ਹੈ, ਜਿਸ ਦੇ ਉੱਤੇ ਪਹਿਲਾਂ ਤੋਂ ਹੀ ਕਾਬੂ ਪਾਉਣ ਦੇ ਵਾਸਤੇ ਕਦਮ ਚੁੱਕੇ ਜਾ ਰਹੇ ਨੇ। ਇਸ ਦੇ ਨਾਲ ਹੀ ਇੱਕ ਹੋਰ ਬਦਲਾਅ ਕੀਤਾ ਗਿਆ ਕਿ ਇਸ ਸਾਲ ਜਿਹੜੇ ਬੱਚੇ 12 ਸਾਲ ਦੇ ਹੋ ਜਾਣਗੇ ਉਹਨਾਂ ਦੀ ਵੀ ਯੋਗਤਾ ਹੋ ਜਾਵੇਗੀ ਕਿ ਕੋਵਿਡ-19 ਦਾ ਟੀਕਾ ਉਹ ਲਗਵਾ ਸਕਦੇ ਨੇ। ਹਦਾਇਤਾਂ ਨੂੰ ਹਟਾਉਣ ਸੰਬੰਧੀ ਜੋ ਇਸ ਸਮੇਂ ਪੜਾਅ ਚੱਲ ਰਿਹਾ ਹੈ ਓਨਟਾਰੀਓ ਵਿੱਚ, ਉਹ ਉਸੇ ਤਰ੍ਹਾਂ ਚੱਲੇਗਾ। ਇਸ ਤੋਂ ਇਲਾਵਾ ਹੋਰ ਜ਼ਿਆਦਾ ਹਦਾਇਤਾਂ ਹਜੇ ਨਹੀਂ ਹਟਾਈਆਂ ਜਾਣਗੀਆਂ। ਜਿਵੇਂ ਕਿ ਕਿਹਾ ਗਿਆ ਸੀ ਕਿ ਸਤੰਬਰ ਤੱਕ ਹੋ ਸਕਦਾ ਹੈ ਸਾਰੀਆਂ ਹਦਾਇਤਾਂ ਹਟਾ ਦਿੱਤੀਆਂ ਜਾਣ, ਪਰ ਫਿਲਹਾਲ ਕਿਹਾ ਗਿਆ ਹੈ ਕਿ ਜੋ ਚੌਥੀ ਲਹਿਰ ਹੈ ਉਸ ਨੂੰ ਦੇਖਦੇ ਹੋਏ ਫਿਲਹਾਲ ਕੋਈ ਵੀ ਹਦਾਇਤ ਨਹੀਂ ਹਟਾਈ ਜਾਵੇਗੀ। ਜਿਵੇਂ ਕਿ ਇਸ ਸਮੇਂ ਚੱਲ ਰਿਹਾ ਹੈ, ਹਜੇ ਕੁਝ ਦੇਰ ਦੇ ਵਾਸਤੇ ਉਸੇ ਤਰ੍ਹਾਂ ਚੱਲੇਗਾ ਤੇ ਅੱਗੇ ਜਾ ਕੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਇਸ ਦੇ ਉੱਤੇ ਕੋਈ ਹੋਰ ਫੈਸਲਾ ਲਿਆ ਜਾ ਸਕਦਾ ਹੈ। ਉਧਰ ਜਸਟਿਨ ਟਰੂਡੋ ਨੇ ਅਫਗਾਨਿਸਤਾਨ ਦੇ ਵਿੱਚ ਮੌਜੂਦਾ ਹਾਲਾਤ ਦੇ ਬਾਰੇ ਇੱਕ ਤਾਜ਼ਾ ਬਿਆਨ ਦਿੱਤਾ। ਅੱਜ ਸਵੇਰੇ ਉਹਨਾਂ ਨੇ ਇਸ ਦੇ ਬਾਰੇ ਕੀ ਕੁਝ ਕਿਹਾ ਉਹ ਤੁਸੀਂ ਸੁਣ ਸਕਦੇ ਹੋ। ਅਫਗਾਨਿਸਤਾਨ ਦੇ ਮੌਜੂਦਾ ਹਾਲਾਤ ਦੇ ਬਾਰੇ ਜਸਟਿਨ ਟਰੂਡੋ ਨੇ ਅੱਜ ਸਵੇਰੇ ਇੱਕ ਬਿਆਨ ਜਾਰੀ ਕੀਤਾ ਹੈ। ਕਾਨਫਰੰਸ ਸ਼ੁਰੂ ਕਰਨ ਤੋਂ ਪਹਿਲਾਂ ਅਫਗਾਨਿਸਤਾਨ ਦੇ ਬਾਰੇ ਬੋਲਦੇ ਹੋਏ ਜਸਟਿਨ ਟਰੂਡੋ ਨੇ ਕਿਹਾ ਕਿ ਪਿਛਲੇ ਕੁਝ ਹਫ਼ਤੇ ਵਿੱਚ 9 ਫਲਾਈਟਾਂ ਅਫਗਾਨਿਸਤਾਨ ਵਾਸੀਆਂ ਦੀਆਂ ਆਈਆਂ ਨੇ ਤੇ ਨਾਲ ਹੀ ਇਸ ਵਿੱਚ ਉਹ ਵੀ ਸ਼ਾਮਲ ਸਨ ਜਿਹੜੇ ਕਿ ਕੈਨੇਡਾ ਵਾਸੀ ਅਫਗਾਨਿਸਤਾਨ ਵਿੱਚ ਕੰਮ ਕਰਦੇ ਸਨ ਕਿ ਉਹਨਾਂ ਨੂੰ ਕੱਢਿਆ ਗਿਆ। ਜਿਸ ਲਈ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਜੋ ਕੈਨੇਡੀਅਨ ਅਫਗਾਨਿਸਤਾਨ 'ਚ ਮੌਜੂਦ ਸਨ, ਜੋ ਅੰਬੈਸੀ ਦੇ ਵਿੱਚ ਵੀ ਕੰਮ ਕਰਦੇ ਸਨ, ਉਹਨਾਂ ਦੇ ਵਾਸਤੇ ਕੰਮ ਕਰਨ ਵਾਲੇ ਅਫਗਾਨੀਆਂ ਨੂੰ ਵੀ ਉੱਥੇ ਤੋਂ ਕੱਢਿਆ ਗਿਆ, ਜੋ ਕਿ ਹੁਣ ਕੁਆਰੰਟਾਈਨ ਕਰ ਰਹੇ ਸੀ। ਜਿਸ ਤੋਂ ਬਾਅਦ ਉਹਨਾਂ ਦੇ ਵਾਸਤੇ ਜਸਟਿਨ ਟਰੂਡੋ ਨੇ ਕਿਹਾ ਕਿ ਉਹ ਆਪਣੀ ਨਵੀਂ ਜ਼ਿੰਦਗੀ ਹੁਣ ਕੈਨੇਡਾ ਵਿੱਚ ਸ਼ੁਰੂ ਕਰ ਸਕਦੇ ਨੇ। ਇਸ ਦੇ ਨਾਲ ਹੀ ਕੈਨੇਡਾ ਦੇ ਵੱਲੋਂ ਅਮਰੀਕਾ ਦੇ ਨਾਲ ਗੱਲਬਾਤ ਵੀ ਕੀਤੀ ਜਾ ਰਹੀ ਹੈ। ਇਸ ਦਾ ਜ਼ਿਕਰ ਵੀ ਜਸਟਿਨ ਟਰੂਡੋ ਨੇ ਕੀਤਾ, ਜਿਨ੍ਹਾਂ ਕਿਹਾ ਕਿ ਇਸ ਦੇ ਉੱਤੇ ਗੱਲਬਾਤ ਚੱਲ ਰਹੀ ਹੈ ਕਿ ਆਉਂਦੇ ਦਿਨਾਂ ਤੇ ਹਫ਼ਤਿਆਂ ਦੇ ਵਿੱਚ ਕਿਸ ਤਰ੍ਹਾਂ ਉੱਥੇ ਤੋਂ ਹੋਰ ਲੋਕਾਂ ਨੂੰ ਬਾਹਰ ਕੱਢਿਆ ਜਾਣਾ ਹੈ। Over the last weeks, we have had 9 flights out of Afghanistan, including having fully evacuated all of our diplomatic officials. We will honor the sacrifices of Canadians, our armed forces, diplomats, journalists, and civil society made over the past years. We're also working closely with the US and looking at how we can remove more people in the coming days and weeks. And we're working with our allies on what Canada, as part of the international community, can do to stabilize the situation, protect civilians, and put an end to the violence. This includes taking leadership by bringing Afghans to safety in Canada, with hundreds of people having already arrived. In the coming days, a number of the Afghan families that arrived weeks ago will be ending their COVID-19 quarantine and able to start their new lives across the country. One of our priorities in Afghanistan has always been the safety of women and girls. This is something I've discussed a number of times with Minister Maryam Mosef. Maryam is herself an extraordinary woman leader from Afghanistan who understands just how precarious the situation is. She continues to work tirelessly across government and with partners to improve the situation. I also spoke last night with former U.S. Secretary of State Hillary Clinton, who shares our concern for Afghan women and girls. She welcomed our efforts and urged Canada to continue our work. Governments, international organizations, and civil society must continue to work together to support women and girls in Afghanistan. The Afghan people need the world to stand with them, and that is what Canada will continue. ਜੁਲਾਈ ਮਹੀਨੇ ਦੇ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਅੰਕੜੇ ਜਾਰੀ ਕੀਤੇ ਨੇ, ਜਿਸ ਦੇ ਵਿੱਚ ਦੱਸਿਆ ਕਿ ਆਖਿਰ ਕਿੰਨੇ ਪ੍ਰਵਾਸੀਆਂ ਨੂੰ 1 ਮਹੀਨੇ ਦੇ ਵਿੱਚ PR ਦਿੱਤੀ ਗਈ ਹੈ। ਇਸ ਦੇ ਬਾਰੇ ਤੁਹਾਨੂੰ ਇੱਕ ਰਿਪੋਰਟ ਦੇ ਵਿੱਚ ਪੂਰੀ ਜਾਣਕਾਰੀ ਦਵਾਂਗੇ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਤਾਜ਼ਾ ਅੰਕੜੇ ਜਾਰੀ ਕੀਤੇ ਨੇ, ਜਿਸ ਦੇ ਵਿੱਚ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਜੁਲਾਈ ਮਹੀਨੇ ਵਿੱਚ 39,500 ਜਣਿਆਂ ਨੂੰ PR ਦਿੱਤੀ ਗਈ ਹੈ। ਇਸ ਦੇ ਵਿੱਚ ਜੋ ਅੰਕੜੇ ਦਿੱਤੇ ਗਏ ਨੇ ਉਸ ਦੇ ਵਿੱਚ ਇਹ ਵੀ ਹੈ ਕਿ ਜੂਨ ਮਹੀਨੇ ਦੇ ਨਾਲੋਂ ਜ਼ਿਆਦਾ ਗਿਣਤੀ ਦੇ ਵਿੱਚ ਜੁਲਾਈ ਮਹੀਨੇ ਵਿੱਚ ਪ੍ਰਵਾਸੀਆਂ ਨੂੰ ਪੱਕੇ ਕੀਤਾ ਗਿਆ, ਕਿਉਂਕਿ ਜੂਨ ਮਹੀਨੇ ਵਿੱਚ 35,700 ਜਣਿਆਂ ਨੂੰ ਪੱਕੇ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚਿਨੋ ਨੇ ਇੱਕ ਇੰਟਰਵਿਊ ਦਿੱਤੀ ਸੀ, ਜਿਸ ਦੇ ਵਿੱਚ ਉਹਨਾਂ ਨੇ ਇਸ ਦੇ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ ਸੀ ਤੇ ਉਹਨਾਂ ਨੇ ਕਿਹਾ ਸੀ ਕਿ 4,01,000 ਨਵੇਂ ਪ੍ਰਵਾਸੀਆਂ ਦਾ ਸਵਾਗਤ ਕਰਨ ਦੇ ਵਾਸਤੇ ਸਾਲ 2021 ਦੇ ਵਿੱਚ ਕੈਨੇਡਾ ਤਿਆਰ ਹੈ, ਜਿਸ ਦੇ ਲਈ ਕੰਮ ਉਸੇ ਤਰ੍ਹਾਂ ਚੱਲ ਰਿਹਾ ਹੈ, ਜਿਸ ਦੇ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਵੀ ਦਿੱਤੀ ਸੀ। ਪਰ ਹੁਣ ਇਸ ਸੰਬੰਧੀ ਅੰਕੜੇ ਅਧਿਕਾਰਤ ਤੌਰ ਦੇ ਉੱਤੇ ਜਾਰੀ ਵੀ ਹੋ ਗਏ ਨੇ। ਇਮੀਗ੍ਰੇਸ਼ਨ ਵਿਭਾਗ ਨੇ ਜੋ ਟੀਚਾ ਮਿਥਿਆ ਉਸ ਦੇ ਵਿੱਚ ਸਾਲ 2021 ਤੋਂ ਲੈ ਕੇ ਸਾਲ 2023 ਤੱਕ 12 ਲੱਖ ਦੇ ਕਰੀਬ ਪ੍ਰਵਾਸੀਆਂ ਨੂੰ ਕੈਨੇਡਾ ਵਿੱਚ ਪੱਕੇ ਕੀਤਾ ਜਾਣਾ ਹੈ।
ਜਿਨ੍ਹਾਂ ਦੇ ਵਿੱਚੋਂ ਸਾਲ 2021 ਦੇ ਵਿੱਚ ਹੀ 4,01,000 ਨਵੇਂ ਪ੍ਰਵਾਸੀਆਂ ਦਾ ਸਵਾਗਤ ਕਰਨ ਦਾ ਟੀਚਾ ਹੈ, ਜਿਸ ਨੂੰ ਪੂਰਾ ਕੀਤੇ ਜਾਣ ਦੇ ਵਾਸਤੇ ਕੰਮ ਕੁਝ ਇਸ ਤਰ੍ਹਾਂ ਚੱਲ ਰਿਹਾ ਹੈ ਕਿ ਇਮੀਗ੍ਰੇਸ਼ਨ ਦੇ ਕੰਮ ਦੀ ਪ੍ਰਕਿਰਿਆ ਵੀ ਤੇਜ਼ ਹੋ ਗਈ ਹੈ ਤੇ ਇਸ ਦੇ ਨਾਲ ਹੀ ਵੱਖੋ-ਵੱਖਰੇ ਪ੍ਰੋਗਰਾਮਸ ਦੇ ਤਹਿਤ ਪ੍ਰਵਾਸੀਆਂ ਨੂੰ ਪੱਕੇ ਕੀਤੇ ਜਾਣ ਦੇ ਬਾਰੇ ਲਗਾਤਾਰ ਪ੍ਰਕਿਰਿਆ ਚੱਲ ਰਹੀ ਹੈ। ਪਰ ਇੱਥੇ ਇਹ ਵੀ ਹੈ ਕਿ ਜਿਹੜੇ ਪਹਿਲਾਂ ਤੋਂ ਕੈਨੇਡਾ ਵਿੱਚ ਮੌਜੂਦ ਨੇ, ਨਵੇਂ ਪ੍ਰੋਗਰਾਮ ਵੀ ਫਿਲਹਾਲ ਉਹਨਾਂ ਦੇ ਵਾਸਤੇ ਲਿਆਂਦੇ ਜਾ ਰਹੇ ਨੇ ਤੇ ਨਾਲ ਹੀ ਉਹਨਾਂ ਨੂੰ ਹੀ ਪਹਿਲ ਦੇ ਆਧਾਰ ਦੇ ਉੱਤੇ ਪੱਕੇ ਕੀਤੇ ਜਾਣ ਦੇ ਵਾਸਤੇ ਕਦਮ ਚੁੱਕੇ ਜਾ ਰਹੇ ਨੇ। ਸਾਲ 2021 ਵਿੱਚ ਜੁਲਾਈ ਮਹੀਨੇ ਤੱਕ ਕੈਨੇਡਾ ਦੇ ਵੱਲੋਂ 1,84,000 ਜਣਿਆਂ ਨੂੰ ਪੱਕੇ ਕੀਤਾ ਜਾ ਚੁੱਕਿਆ ਹੈ। ਇਸ ਦੇ ਨਾਲ ਹੀ ਅੱਜ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।